ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜੋ ਅਕਾਲ ਪੁਰਖ ਵਾਹਿਗੁਰੂ ਸੰਸਾਰ ਦਾ ਕਰਤਾ ਹੈ, ਉਸ ਨੂੰ ਕਿਸੇ ਨੇ ਵੇਖਿਆ ਵੀ ਹੈ, ਉਸ ਦੇ ਕਿਸੇ ਨੇ ਦਰਸ਼ਨ ਵੀ ਕੀਤੇ ਆ, ਉਹਨੂੰ ਕਿਸੇ ਨੇ ਪ੍ਰਤੱਖ ਆਪਣੀਆਂ ਅੱਖਾਂ ਦੇ ਨਾਲ ਉਹਦੇ ਸਰੂਪ ਦੇ, ਉਹਦੇ ਰੂਪ ਦੇ ਦੀਦਾਰ ਵੀ ਤੱਕੇ ਹੈ। ਤੇ ਕੌਣ ਹੈ ਉਹ ਜਿਹਨੇ ਉਸ ਵਾਹਿਗੁਰੂ ਨਿਰਾਕਾਰ ਪਰਮੇਸ਼ਰ ਦੇ ਦੀਦਾਰ ਕੀਤੇ ਹਨ? ਇਹ ਸਿੱਖਾਂ ਨੇ ਬੇਨਤੀ ਕੀਤੀ ਹੈ। ਔਰ ਦੂਸਰੀ ਉਥਾਨਕਾ ਹੈ, ਗੁਰਮੁਖਾਂ ਨੇ, ਗੁਰਸਿੱਖਾਂ ਨੇ, ਤਤ ਬੇਤਿਆਂ ਨੇ ਬੇਨਤੀ ਕੀਤੀ, ਮਹਾਰਾਜ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੀ ਜੰਤ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ ਹੈ ਜਿਹੜਾ, ਉਹ ਵਾਹਿਗੁਰੂ ਤਾਂ ਬਿਨਾਂ ਗੁਣਾਂ ਤੋਂ ਨਹੀਂ ਪ੍ਰਾਪਤ ਹੋ ਸਕਦਾ। ਜਿਹਦੇ ਕੋਲੇ ਗੁਣ ਨਹੀਂ, ਉਹਨੂੰ ਉਹਦੇ ਦਰਸ਼ਨ ਨਹੀਂ ਹੋ ਸਕਦੇ। ਪਰ ਮਹਾਰਾਜ ਸਾਡੇ ਵਿੱਚ ਤਾਂ ਇੱਕ ਵੀ ਗੁਣ ਨਹੀਂ ਹੈ, ਸਾਡੇ ਤੇ ਕਿਵੇਂ ਕਿਰਪਾ ਹੋ ਸਕਦੀ ਹੈ? ਤਾਂ ਸਤਿਗੁਰੂ ਜੀ ਨੇ ਉਸ ਵਕਤ ਇਹ ਅਸ਼ਟਪਦੀ ਬਾਣੀ ਉਚਾਰਨ ਕੀਤੀ ਹੈ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗਣੀ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਘਰ ਪਹਿਲਾ ਅਸ਼ਟਪਦੀਆ। ਪਹਿਲੇ ਘਰ ਸੁਰਤਾਲ ਦੇ ਅੰਦਰ 8 ਪੌੜੀਆਂ ਵਾਲੇ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਜਿਹਨੂੰ ਸਤ ਚਿਤ ਆਨੰਦ ਕਿਹਾ ਜਾਂਦਾ ਹੈ, ਉਹ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਭ ਜਗ ਜਿਨ ਹੈ ਉਪਾਇਆ ਭਾਈ। ਇਹ ਭਾਈ ਜਿਹੜਾ ਸੰਸਾਰ ਹੈ ਨਾ, ਇਹ ਸਾਰਾ ਜਿਸ ਮੇਰੇ ਵਾਹਿਗੁਰੂ ਨੇ ਉਪਾਇਆ ਪੈਦਾ ਕੀਤਾ ਹੈ, ਬਣਾਇਆ ਹੈ। ਕਰਨ ਕਾਰਨ ਸਮਰੱਥ। ਇਹ ਉਹ ਸੰਸਾਰ ਨੂੰ ਸਾਜਣ ਵਾਲਾ, ਬਣਾਉਣ ਵਾਲਾ ਹੈ। ਕੀਤਾ ਪਸਾਓ ਏਕੋ ਕਵਾਓ, ਏਕੋ ਹੰ ਬਹੁ ਸਿਆਮਾ ਪਰਜਾ ਜਾਏ। ਤੇ ਇੱਕ ਬਚਨ ਦੇ ਨਾਲ ਉਹਨੇ ਸਾਰੀ ਸ੍ਰਿਸ਼ਟੀ ਸਾੜ ਦਿੱਤੀ, ਬਣਾ ਦਿੱਤੀ। ਇੰਨੀ ਸ਼ਕਤੀ ਦਾ ਉਹ ਵਾਹਿਗੁਰੂ ਪਰਮੇਸ਼ਰ ਮਾਲਕ ਹੈ। ਵਿਗਿਆਨੀ ਅਤੇ ਸਾਇੰਸਦਾਨ ਤਾਂ ਮੱਥਾ ਮਾਰੀ ਜਾਂਦੇ ਆ, ਪੱਥਰਾਂ ਵਿੱਚ, ਕੰਧਾਂ ਦੇ ਵਿੱਚ, ਪਹਾੜਾਂ ਵਿੱਚ ਟੱਕਰਾਂ ਮਾਰੀ ਜਾਂਦੇ ਆ ਕਿ ਸ੍ਰਿਸ਼ਟੀ ਇਉਂ ਬਣੀ, ਇਉਂ ਬਣੀ, ਐਂ ਬਣਾਈ ਹੈ। ਮਨੁੱਖ ਜਾਤੀ ਹੈ ਕਿ ਪਸ਼ੂਆਂ ਚੋਂ ਹੋਂਦ ਵਿੱਚ ਆਈ ਹੈ। ਇਹ ਉਹਨਾਂ ਦੀ ਆਪੋ ਆਪਣੀ ਕਲਪਨਾ ਹੈ। ਕਲਪਨਾ ਦੇ ਸੰਸਾਰ ਵਿੱਚ ਹੀ ਜਿਉਂਦੇ ਹੈ। ਪਰ ਗੁਰਬਾਣੀ ਸਾਨੂੰ ਇਹਨਾਂ ਕਲਪਨਾ ਤੋਂ ਬਾਹਰ ਕੱਢ ਕੇ ਯਥਾਰਥ ਵਿੱਚ ਲੈ ਜਾਂਦੀ ਹੈ ਕਿ ਇਹ ਜਿਹੜਾ ਸੰਸਾਰ ਹੈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਸ੍ਰਿਸ਼ਟੀ ਨੂੰ ਸਾਜਣ ਵਾਲਾ, ਬਣਾਉਣ ਵਾਲਾ ਉਹ ਆਪ ਹੀ ਜਾਣਦਾ ਉਹਨੇ ਕਿਵੇਂ ਬਣਾਈ ਹੈ। ਕੋਈ ਇਸ ਗੱਲ ਦਾ ਅੰਦਾਜ਼ਾ ਲਾ ਕੇ ਨਹੀਂ ਦੱਸ ਸਕਦਾ। ਓੜ ਕੋੜ ਕਪਾਲ ਥੱਕੇ ਵੇਦ ਕਹਿ ਨਿਕਵਾਤ। ਅਖੀਰ ਲੱਭਦੇ ਲੱਭਦੇ ਸਾਰੇ ਥੱਕ ਗਏ, ਪਰ ਕਿਸੇ ਦੇ ਇਹ ਗੱਲ ਸਮਝ ਵਿੱਚ ਨਹੀਂ ਆਈ ਕਿ ਵਾਹਿਗੁਰੂ ਨੇ ਸ੍ਰਿਸ਼ਟੀ ਕਿਵੇਂ ਸਾਜੀ ਹੈ। ਹਾਂ, ਸਤਿਗੁਰੂ ਸਾਹਿਬਾਨ ਸਾਨੂੰ ਨਿਸ਼ਚਾ ਕਰਵਾਉਂਦੇ ਆ, ਗਿਆਨ ਕਰਵਾਉਂਦੇ ਆ ਕਿ ਵਾਹਿਗੁਰੂ ਨੇ ਕੀਤਾ ਪਸਾਓ ਏਕੋ ਕਵਾਓ, ਇੱਕ ਬਚਨ ਤੋਂ ਹੀ ਸਾਰਾ ਸੰਸਾਰ ਰਚ ਦਿੱਤਾ। ਉਹ ਇੰਨੀ ਸ਼ਕਤੀ ਦਾ ਮਾਲਕ ਹੈ। ਹਰਨ ਭਰਨ ਜਾ ਕਾ ਨੇਤਰ ਫੋਰ। ਅੱਖ ਦੇ ਖੋਲਣ ਤੇ ਮੀਚਣ ਦੇ ਸਮੇਂ ਵਿੱਚ ਸੰਸਾਰ ਨੂੰ ਸਾੜ ਸਕਦਾ, ਤੇ ਅੱਖ ਦੇ ਮੀਚਣ ਸਮੇਂ ਦੇ ਵਿੱਚ ਸੰਸਾਰ ਨੂੰ ਨਾਸ ਕਰ ਸਕਦਾ। ਖੁੱਲ੍ਹਦੇ ਸਮੇਂ ਵਿੱਚ ਸਾੜ ਸਕਦਾ, ਅੱਖ ਦੇ ਬੰਦ ਹੋਣ ਦੇ ਸਮੇਂ ਵਿੱਚ ਸੰਸਾਰ ਨੂੰ ਮੇਟ ਸਕਦਾ, ਨਾਸ ਕਰਦਾ। ਇੰਨੀ ਸ਼ਕਤੀ ਦਾ ਉਹ ਮਾਲਕ ਹੈ। ਇਸ ਕਰਕੇ ਬਈ ਉਹ ਵਾਹਿਗੁਰੂ ਹੀ ਜਾਣਦਾ ਹੈ ਕਿਵੇਂ ਉਹਨੇ ਸਾਰਾ ਸੰਸਾਰ ਸਾਜਿਆ। ਇਸ ਕਰਕੇ ਸਭ ਜਗ ਜਿਨ ਹੈ ਉਪਾਇਆ ਭਾਈ। ਇਹ ਭਾਈ, ਇਹ ਭਰਾਵੋ ਗੁਰਸਿੱਖੋ,
ਇਹ ਸਾਰਾ ਸੰਸਾਰ ਜਿਹੜਾ ਉਹ ਪਾਇਆ ਪੈਦਾ ਕੀਤਾ ਹੈ, ਉਹ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਬਣਾਇਆ ਹੋਇਆ ਹੈ। ਕਰਨ ਕਾਰਨ ਸਮਰੱਥ, ਸਾਰੇ ਕਾਰਨਾਂ ਨੂੰ ਕਰਨ ਵਾਲਾ, ਸਾਰੇ ਕਾਰਜਾਂ ਨੂੰ ਵੀ ਕਰਨ ਦੇ ਵਿੱਚ ਉਹ ਸਮਰੱਥ ਹੈ, ਸ਼ਕਤੀਵਾਨ ਹੈ, ਸਰਬ ਕਲਾ ਸਮਰੱਥ ਉਸੇ ਨੂੰ ਕਿਹਾ ਗਿਆ ਹੈ। ਔਰ ਸਾਰੇ ਕਾਰਨਾਂ ਨੂੰ ਵੀ ਕਰਨ ਵਾਲਾ ਹੈ। ਕਾਰਜ ਤੋਂ ਪਹਿਲਾਂ ਕਾਰਨ ਦੀ ਉਤਪਤੀ ਹੁੰਦੀ ਹੈ। ਮਨ ਵਿੱਚ ਕੋਈ ਕਿਸੇ ਚੀਜ਼ ਦਾ ਖਾਕਾ ਚਿਤਰਨਾ, ਜਿਵੇਂ ਮਕਾਨ ਬਣਾਉਣ ਵਾਲਾ ਪਹਿਲਾਂ ਮਕਾਨ ਦਾ ਨਕਸ਼ਾ ਬਣਾਉਂਦਾ ਹੈ, ਪਹਿਲਾਂ ਉਹਦਾ ਖਿਆਲ ਬਣਾਉਂਦਾ ਹੈ, ਫਿਰ ਉਹਨੂੰ ਅੱਗੇ ਅਮਲੀ ਰੂਪ ਦਿੰਦਾ ਹੈ, ਤਿਆਰ ਕਰਦਾ ਹੈ ਇਮਾਰਤ ਨੂੰ। ਇਸੇ ਤਰ੍ਹਾਂ ਸਾਰੇ ਕਾਰਜਾਂ ਨੂੰ ਵੀ ਕਰਨ ਵਾਲਾ ਹੈ, ਸਾਰੇ ਕਾਰਨਾਂ ਦਾ ਵੀ ਕਾਰਨ ਰੂਪ ਹੈ। ਇਸ ਕਰਕੇ ਇੰਨਾ ਉਹ ਸਮਰੱਥ ਹੈ। ਜਿੱਥੇ ਸੰਸਾਰ ਨੂੰ ਸਾਜਣ ਵਾਲਾ ਹੈ, ਉੱਥੇ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਵੀ ਹੈ। ਇਹਦੇ ਲਈ ਸਾਰੇ ਕਾਰਨ, ਭਾਵ ਜੀਵਾਂ ਨੂੰ ਰੋਜੀ ਰਿਜ਼ਕ ਦੇਣਾ, ਇਹਨਾਂ ਦੀ ਪਾਲਣਾ ਕਰਨੀ, ਇਸ ਸਾਰੇ ਕਾਰਨ ਵੀ ਬਣਾਉਣ ਵਾਲਾ ਹੀ ਹੈ। ਇਉਂ ਵਾਹਿਗੁਰੂ ਸਾਰੇ ਕਾਰਨਾਂ ਨੂੰ ਅਤੇ ਸਾਰੇ ਕਾਰਜਾਂ ਨੂੰ ਕਰਨ ਦੇ ਸਮਰੱਥ ਹੈ, ਪੂਰਾ ਸ਼ਕਤੀਵਾਨ ਹੈ। ਜੀਉ ਪਿੰਡ ਜਿਨ ਸਾਜਿਆ, ਭਾਈ ਹੈ ਭਾਈ, ਜਿਸ ਵਾਹਿਗੁਰੂ ਨੇ ਜੀਵ ਤੋਂ ਲੈ ਕੇ, ਮੱਛਰ ਤੋਂ ਲੈ ਕੇ ਬ੍ਰਹਮਾ ਤੱਕ ਦੀ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਨੇ ਸਾਜਿਆ, ਬਣਾਉਣਾ ਕੀਤੀ ਹੈ। ਜਾਂ ਰਾਜਸੀ, ਸਾਂਤਕੀ ਔਰ ਤਾਮਸੀ ਸਾਰੀ ਸ੍ਰਿਸ਼ਟੀ ਦੀ ਰਚਨਾ ਉਸ ਵਾਹਿਗੁਰੂ ਨੇ ਸਾਜੀ ਹੈ, ਬਣਾਈ ਹੈ, ਇਹਨਾਂ ਨੂੰ ਸਿਰਜਿਆ ਹੈ। ਜੀਓ ਸੂਖਮ ਦੇ ਔਰ ਪਿੰਡ ਸਥੂਲ ਦੇ, ਜਿਹੜੀ ਪੰਜਾਂ ਤੱਤਾਂ ਦੁਆਰਾ ਬਣਾਈ ਹੈ, ਆਪਾਂ ਨੂੰ ਦਿਖਾਈ ਦੇ ਰਹੀ ਹੈ। ਸੂਖਮ ਤੇ ਅਸਥੂਲ, ਇਹ ਸਾਰੇ ਉਸ ਵਾਹਿਗੁਰੂ ਨੇ ਸਾਜਿਆ, ਬਣਾਉਣਾ ਕੀਤੇ ਹਨ। ਦੇ ਕਰ ਆਪਣੀ ਵਤ, ਦੇ ਕਰਕੇ ਆਪਣੀ ਚੇਤਨ ਸੱਤਾ ਰੂਪ ਵਤ ਵਸਤੂ ਨੂੰ, ਸ਼ਕਤੀ ਨੂੰ ਦੇ ਕਰਕੇ ਜੀਵਾਂ ਨੂੰ ਇਹ ਸ਼ਕਤੀ, ਚੇਤਨ ਸੱਤਾ ਰੂਪ ਸ਼ਕਤੀ ਦੇ ਕੇ ਇਹਨਾਂ ਸਾਰੀਆਂ ਸ੍ਰਿਸ਼ਟੀਆਂ ਨੂੰ, ਖੰਡਾਂ ਬ੍ਰਹਮੰਡਾਂ ਨੂੰ, ਦੇਹ ਨੂੰ ਔਰ ਸਥੂਲ ਪਸਾਰੇ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਭਾਈ ਬਣਾਉਣਾ, ਸਾਜਣਾ ਕੀਤਾ ਹੈ। ਕਿਨ ਕਹੀਐ ਕਿਉ ਦੇਖੀਐ ਭਾਈ, ਇਹ ਭਾਈ ਕਿਨ ਕਹੀਐ ਕਿਉਂ ਦੇਖੀਐ ਭਾਈ। ਕਿਸੇ ਨੇ ਉਸ ਵਾਹਿਗੁਰੂ ਨੂੰ ਦੇਖਿਆ ਵੀ ਹੈ, ਔਰ ਕਿਨੇ ਉਸ ਦਾ ਕਥਨ ਕਰਕੇ ਦੱਸਿਆ ਹੈ। ਕੋਈ ਹੈ ਜਿਹਨੇ ਦੇਖਿਆ ਹੋਵੇ, ਦੇਖ ਕੇ ਜਿਹਨੇ ਉਹਦਾ ਕਥਨ ਕੀਤਾ ਹੋਵੇ। ਹਾਂ, ਇਹ ਪ੍ਰਸ਼ਨ ਹੈ। ਉੱਤਰ ਹੈ ਵੀ ਇਹ ਜੋ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਤਿਗੁਰੂ ਹੈ ਨਾ, ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖਿਆ ਵੀ ਹੈ ਪ੍ਰਤੱਖ। ਇਸੇ ਕਰਕੇ ਉਹਦਾ ਕਥਨ ਕੀਤਾ, ਉਹਨੂੰ ਕਹਿਣਾ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਆਨੰਦ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਇਹ ਸਾਰੀ ਬਖਸ਼ਿਸ਼ ਗੁਰੂ ਦੇ ਹੱਥ ਵਿੱਚ ਹੈ। ਜਦੋਂ ਅਗਿਆਨ ਦਾ ਪਰਦਾ ਦੂਰ ਕਰ ਦਿੰਦੇ ਹੈ, ਫਿਰ ਉਸ ਵਾਹਿਗੁਰੂ ਨੂੰ ਪ੍ਰਤੱਖ ਦਿਖਾ ਵੀ ਦਿੰਦੇ, ਉਹਦੇ ਦਰਸ਼ਨ ਵੀ ਕਰਾ ਦਿੰਦੇ ਔਰ ਤੇ ਫਿਰ ਉਹ ਗੁਰਮੁਖ ਕੋਲੋਂ ਉਹਦਾ ਕਥਨ ਵੀ ਕਰਵਾ ਦਿੰਦੇ ਹਨ। ਇਸ ਕਰਕੇ ਕਿਨ ਨਾਮ ਕੁਐਸਚਨ ਹੈ, ਪ੍ਰਸ਼ਨ ਹੈ ਕਿ ਕਿਸੇ ਨੇ ਦੇਖਿਆ ਹੈ, ਜਿਹਨੇ ਦੇਖਿਆ ਉਹਨੇ ਉਹਦਾ ਕਥਨ ਕੀਤਾ। ਹਾਂ, ਸਤਿਗੁਰੂ ਸਰੂਪ ਪਰਮੇਸ਼ਰ ਨੇ ਉਸ ਨੂੰ ਦੇਖਿਆ ਵੀ ਹੈ ਔਰ ਸਤਿਗੁਰੂ ਦਾ ਕਥਨ ਵੀ ਕਰਦੇ ਹੈ। ਜਿੰਨੀਆਂ ਭਾਈ ਇਹ ਅੱਖਾਂ ਦੇਖ ਰਹੀਆਂ ਸੰਸਾਰ ਦੇ ਅੰਦਰ,
ਇਹ ਸਾਰੀਆਂ ਵਾਹਿਗੁਰੂ ਦੀ ਸ਼ਕਤੀ ਦੁਆਰਾ, ਚੇਤਨ ਸੱਤਾ ਦੁਆਰਾ ਹੀ ਦੇਖ ਰਹੀਆਂ। ਔਰ ਇਹ ਜ਼ਬਾਨ ਜਿਹੜੀ ਕਹਿ ਰਹੀ ਹੈ, ਬੋਲ ਰਹੀ ਹੈ, ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਬੋਲ ਰਹੀ ਹੈ। ਇਸ ਕਰਕੇ ਕਿਨ ਕਹੀਏ ਕਿਉਂ ਦੇਖੀਏ ਭਾਈ, ਕਿਵੇਂ ਉਹਨੂੰ ਦੇਖਿਆ ਜਾਵੇ, ਕਿਵੇਂ ਉਹਦਾ ਕਥਨ ਕੀਤਾ ਜਾਵੇ। ਕਰਤਾ ਏਕ ਅਕਥ, ਉਹ ਤਾਂ ਅਕਥ ਨਹੀਂ ਹੈ, ਕਰਤਾ ਸੰਸਾਰ ਨੂੰ ਬਣਾਉਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ। ਗੁਰ ਗੋਬਿੰਦ ਸਲਾਹੀਐ ਭਾਈ, ਗੁਰੂ ਜੋ ਗੋਬਿੰਦ ਦਾ ਸਰੂਪ ਹੈ, ਪਰਮੇਸ਼ਰ ਦਾ ਸਰੂਪ ਹੈ। ਗੋ ਪ੍ਰਿਥਵੀ ਦੇ ਜੋ ਰੱਖਿਅਕ ਹਨ, ਐਸੇ ਜੋ ਵਾਹਿਗੁਰੂ ਪਰਮੇਸ਼ਰ ਹਨ, ਉਹਨਾਂ ਦਾ ਸਰੂਪ ਜੋ ਗੁਰੂ ਹਨ, ਉਹ ਕੀ ਉਪਦੇਸ਼ ਦਿੰਦੇ ਆ ਕਿ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ। ਉਸ ਵਾਹਿਗੁਰੂ ਦੀ ਜਦੋਂ ਸਿਫਤ ਸਲਾਹ ਕਰੇਗਾ ਨਾ, ਤੇ ਫੇਰ ਤੂੰ ਜਿਸ ਵਾਹਿਗੁਰੂ ਦਾ ਕਥਨ ਕੀਤਾ ਗਿਆ ਹੋਇਆ ਹੈ, ਉਸ ਨੂੰ ਤੂੰ ਦੇਖੀਏ ਪ੍ਰਤੱਖ ਵੀ ਵੇਖ ਲਵੇਂਗਾ, ਦਰਸ਼ਨ ਕਰ ਵੀ ਲਵੇਂਗਾ। ਜਿਸ ਤੇ ਜਾਪੈ ਤਥ, ਜਿਸ ਕਰਕੇ ਤੱਥ ਜੋ ਸਿਧਾਂਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਜਿਸ ਨੂੰ ਜਾਣਿਆ ਜਾਂਦਾ, ਪ੍ਰਾਪਤ ਕੀਤਾ ਜਾਂਦਾ ਹੈ। ਤੱਥ ਨਾਮ ਮੱਖਣ ਦਾ ਵੀ ਹੈ। ਜਿਵੇਂ ਸਤਿਗੁਰੂ ਜੀ ਜਦੋਂ ਅਰਬ ਦੇ ਇਲਾਕੇ ਵਿੱਚ ਗਏ, ਤਾਂ ਉੱਥੋਂ ਦੇ ਮੁਸਲਮਾਨ ਫਕੀਰਾਂ ਨੇ ਇਹ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀਤਾ ਸੀ ਕਿ ਮਹਾਰਾਜ ਖੁਦਾ ਹੈ ਤੇ ਉਹ ਵੇਖਿਆ ਵੀ ਜਾ ਸਕਦਾ ਹੈ। ਤਾਂ ਸਤਿਗੁਰੂ ਜੀ ਨੇ ਦੁੱਧ ਮੰਗਾ ਕੇ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਇਹ ਜਿਹੜਾ ਦੁੱਧ ਹੈ, ਇਹਦੇ ਵਿੱਚ ਨਿਗਾਹ ਮਾਰ ਕੇ ਦਿਖਾਓ ਕਿ ਮੱਖਣ ਕਿੱਥੇ ਹੈ। ਕਹਿੰਦੇ ਮਹਾਰਾਜ ਮੱਖਣ ਤਾਂ ਨਜ਼ਰ ਨਹੀਂ ਆਉਂਦਾ, ਮੱਖਣ ਤਾਂ ਦੁੱਧ ਨੂੰ ਗਰਮ ਕਰਕੇ ਫਿਰ ਉਹਨੂੰ ਜਾਗ ਲਾਉਣੀ ਪਵੇਗੀ, ਫਿਰ ਰਿੜਕਣਾ ਪਵੇਗਾ, ਫਿਰ ਮੱਖਣ ਹੱਥ ਆਵੇਗਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਨੂੰ ਦੇਖਣ ਵਾਸਤੇ ਭਗਤੀ, ਵਾਹਿਗੁਰੂ ਦੀ ਬੰਦਗੀ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਪੈਂਦੀ ਹੈ, ਉਹਦੇ ਗੁਣਾਂ ਦਾ ਧਾਰਨ ਕਰਨਾ ਪੈਂਦਾ ਹੈ। ਹਉਮੈ ਦੀ ਛਾਛ ਨੂੰ, ਲੱਸੀ ਨੂੰ ਤਿਆਗ ਕੇ ਸ਼ਰਧਾ ਰੂਪ ਮੱਖਣ ਨੂੰ ਪ੍ਰਾਪਤ ਕਰਕੇ ਫਿਰ ਸਿਧਾਂਤ ਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਪ੍ਰਾਪਤ ਕਰਨ ਲਈ ਤਪ ਰੂਪ ਤਾ ਦੇ ਕੇ ਉਹਦੇ ਵਿੱਚੋਂ ਘਿਓ ਜਿਵੇਂ ਪ੍ਰਾਪਤ ਹੁੰਦਾ, ਐਵੇਂ ਵਾਹਿਗੁਰੂ ਨੂੰ ਵੀ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ। ਇਸ ਕਰਕੇ ਉਸ ਵਾਹਿਗੁਰੂ ਨੂੰ ਵੀ ਉਸੇ ਤਰ੍ਹਾਂ ਘਾਲਣਾ, ਘਾਲ ਘਾਲ ਕੇ ਦੇਖਿਆ ਜਾਂਦਾ, ਪ੍ਰਤੱਖ ਉਹਦੇ ਦੀਦਾਰ ਕੀਤੇ ਜਾਂਦੇ। ਗੰਨੇ ਵਿੱਚ ਗੁੜ ਨਹੀਂ, ਪਰ ਉਹਨੂੰ ਛਿੱਲ ਕੇ, ਪੀੜ ਕੇ, ਰਸ ਕੱਢ ਕੇ ਉਸ ਨੂੰ ਅੱਗ ਦੇ ਉੱਤੇ ਤਾ ਦੇ ਦੇ ਕੇ ਫਿਰ ਉਹਦੇ ਵਿੱਚੋਂ ਗੁੜ ਤੇ ਸ਼ੱਕਰ ਪ੍ਰਾਪਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਇਹ ਸਾਰੇ ਸਾਧਨ ਕਰਦਿਆਂ ਕਰਦਿਆਂ ਜਦੋਂ ਵਾਹਿਗੁਰੂ ਨੂੰ ਅੱਠੇ ਪੈਰ ਸਲਾਈਏ, ਗੁਰਾਂ ਦੁਆਰਾ ਜਿਹੜਾ ਨਾਮ ਪ੍ਰਾਪਤ ਹੋਇਆ, ਉਸ ਦੀ ਜਦੋਂ ਅਭਿਆਸ ਦੁਆਰਾ ਕਮਾਈ ਕਰਾਂਗੇ, ਫਿਰ ਉਹ ਬਈ ਮੱਖਣ ਦੀ ਤਰ੍ਹਾਂ ਵਾਹਿਗੁਰੂ ਜਿਹੜਾ ਤਤ ਸਿਧਾਂਤ ਸਰੂਪ ਹੈ, ਉਸ ਨੂੰ ਜਾਪੇ ਜਾਣਿਆ ਜਾਂਦਾ ਹੈ, ਪ੍ਰਤੱਖ ਦੇਖਿਆ ਜਾਂਦਾ ਹੈ, ਦੀਦਾਰ ਕੀਤਾ ਜਾਂਦਾ ਹੈ। ਮੇਰੇ ਮਨ ਜਪਿਆ ਹਰ ਭਗਵੰਤਾ, ਹਰੀ ਜੋ ਖਟ ਭਗਾ ਸੰਪੰਨ ਹੈ, ਐ ਮੇਰੇ ਮਨਾ ਉਸ ਵਾਹਿਗੁਰੂ ਦਾ ਜੇ ਸਿਮਰਨ ਨਹੀਂ ਹੁੰਦਾ, ਰਸਨਾ ਦੁਆਰਾ ਉਹਦਾ ਜਾਪ ਕਰਿਆ ਕਰ। ਨਾਮ ਦਾਨ ਦੇ ਜਨ ਆਪਣੇ, ਜਦੋਂ ਸਤਿਗੁਰੂ ਆਪਣੇ ਜਨ ਪਿਆਰਿਆਂ ਨੂੰ ਨਾਮ ਦਾ ਦਾਨ ਦੇ ਦਿੰਦੇ ਆ, ਨਾਮ ਦੀ ਦਾਤ ਬਖਸ਼ ਦਿੰਦੇ ਆ, ਦੁੱਖ ਦਰਦ ਕਾ ਹੰਤਾ, ਉਹਨਾਂ ਦੇ ਦੁੱਖ, ਉਹਨਾਂ ਦੇ ਦਰਦ, ਉਹਨਾਂ ਦੀਆਂ ਪੀੜਾਂ ਸਾਰੀਆਂ ਨਾਸ ਹੋ ਜਾਂਦੀਆਂ ਹਨ।
ਜੰਮਣ ਮਰਨ ਦਾ ਦੁੱਖ, ਅਗਿਆਨ ਦੀਆਂ ਜਿਹੜੀਆਂ ਦਰਦਾਂ ਪੀੜਾਂ ਹਨ ਵਿਦਿਆ ਦੀਆਂ, ਉਹ ਸਾਰੀਆਂ ਦਾ ਨਾਸ ਹੋ ਜਾਂਦਾ ਹੈ ਜਿਨ੍ਹਾਂ ਨੂੰ ਨਾਮ ਦਾ ਦਾਨ ਦੇ ਦਿੱਤਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜਾ ਕੈ ਘਰ ਸਭ ਕਿਛ ਹੈ ਭਾਈ। ਇਹ ਭਾਈ, ਜਿਸ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਸਾਰੀਆਂ ਵਸਤੂਆਂ, ਸਾਰੀਆਂ ਦਾਤਾਂ ਹੀ ਹਨ। ਨੌ ਨਿਧ ਭਰੇ ਭੰਡਾਰ, 9 ਨਿਧੀਆਂ ਦੇ ਭੰਡਾਰੇ ਭਰੇ ਹੋਏ ਆ। ਅਣਮਾ ਮਹਿਮਾ ਲਗਮਾ, ਇਹ ਸਾਰੇ 9 ਨਿਧੀਆਂ ਦੇ ਭੰਡਾਰੇ। ਅਸਨ ਬਸਨ ਭੂ ਕਨਕ ਪੁਨ, ਦਾਸੀ ਚੌਪ ਗੁਲਾਮ, ਰਥਵਾਹੇ ਨਿਵਾਹੇ ਜਾਨੀਏ ਜੈ ਨਮ ਨਿਧ ਕੇ ਨਾਮ। ਇਹ 9 ਨਿਧੀਆਂ ਦੇ ਭੰਡਾਰੇ ਜਿਸ ਵਾਹਿਗੁਰੂ ਦੇ ਦਰ ਤੇ ਭਰੇ ਹੋਏ ਹਨ, ਉਸ ਵਾਹਿਗੁਰੂ ਦੇ ਦਰ ਵਿੱਚ ਕਿਸੇ ਵਸਤੂ ਦੀ, ਕਿਸੇ ਦਾਤ ਦੀ, ਧਰਮ ਅਰਥ ਕਾਮ ਮੋਖ, ਇਹਨਾਂ ਦਾਤਾਂ ਦੀ ਕੋਈ ਕਮੀ ਨਹੀਂ ਹੈ। ਤਿਸ ਕੀ ਕੀਮਤ ਨਾ ਪਵੈ ਭਾਈ। ਉਸ ਵਾਹਿਗੁਰੂ ਦੀ ਹੈ ਭਾਈ, ਤਿਲ ਜਿੰਨੀ ਵੀ ਕੀਮਤ ਨਹੀਂ ਤੂੰ ਪਾ ਕੇ ਦੱਸ ਸਕਦਾ ਕਿ ਕਿੰਨੀ ਕੁ ਕੀਮਤ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ। ਉਹ ਤਾਂ ਐਡਾ ਵੱਡਾ ਬੇਸ਼ੁਮਾਰ, ਸਾਰਾ ਸੰਸਾਰ ਲੱਗ ਪਵੇ ਤਾਂ ਵੀ ਉਹਦੀ ਕੀਮਤ ਪਾ ਕੇ ਨਹੀਂ ਦੱਸੀ ਜਾ ਸਕਦੀ। ਦੁਨੀਆ ਦੇ ਹੀਰਿਆਂ ਦੀ ਕੀਮਤਾਂ ਬਦਲੇ ਇੱਕ ਇੱਕ ਦੇਸ਼ ਦਾ ਤੇ ਲੱਗ ਜਾਂਦੇ ਐ। ਇੰਨੀ ਕੀਮਤ ਦੇ ਵਾਹਿਗੁਰੂ ਨੇ ਹੀਰੇ ਜਵਾਹਰਾਤ ਇਸ ਧਰਤੀ ਵਿੱਚ, ਪਹਾੜਾਂ ਵਿੱਚ, ਖਾਣਾਂ ਵਿੱਚ ਪੈਦਾ ਕੀਤੇ ਐ। ਉਸ ਵਾਹਿਗੁਰੂ ਦੀ ਕੋਈ ਕੀਮਤ ਪਾ ਕੇ ਕੀ ਦੱਸ ਸਕਦਾ ਵੀ ਇੰਨੇ ਮੁੱਲ ਦਾ ਹੈ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ। ਉਹਦੇ ਗੁਣ ਅਮੋਲਕ ਹੈ, ਉਹਦੀ ਕਿੰਨੀ ਕੁ ਕੀਮਤ ਹੋਵੇਗੀ ਉਹ ਦੱਸੀ ਨਹੀਂ ਜਾ ਸਕਦੀ। ਗੁਰਸਿੱਖਾਂ ਨੇ ਉਹਦੀ ਕੀਮਤ ਕੀ, ਆਪਣੇ ਸੀਸ ਦੇ ਕੇ, ਕੁਰਬਾਨੀਆਂ ਦੇ ਕੇ, ਸ਼ਹੀਦੀਆਂ ਦੇ ਕੇ ਉਹਦੇ ਦਰ ਤੇ ਪ੍ਰਵਾਨ ਚੜ੍ਹ ਗਏ, ਸਿਰਾਂ ਦੀਆਂ ਕੁਰਬਾਨੀਆਂ ਦੇ ਦਿੱਤੀਆਂ। ਪਰ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨਹੀਂ ਕੋਈ ਵੀ ਪਾ ਸਕਿਆ, ਕੀਮਤ ਪਾ ਕੇ ਦੱਸ ਨਹੀਂ ਸਕਦਾ। ਉੱਚਾ ਅਗਮ ਅਪਾਰ, ਮਨ ਦੀ ਗਮਤਾ ਤੋਂ ਔਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਉੱਚਾ ਤ੍ਰੈ ਕਾਲ ਆਬਾਦ ਸਰੂਪ, ਜੋ ਐਸਾ ਵਾਹਿਗੁਰੂ ਉਹਦੀ ਕੋਈ ਕੀਮਤ ਨਹੀਂ ਪਾ ਕੇ ਦੱਸ ਸਕਦਾ ਹੈ। ਉਹਦੇ ਤਾਂ ਨਾਮ ਦੀ ਬੇਸ਼ੁਮਾਰ ਕੀਮਤ ਹੈ। ਸਾਈਂ ਨਾਮ ਮੋਲ ਕੀਮ ਨਾ ਕੋਈ ਜਾਣ ਦੋ। ਜੀ ਜੰਤ ਪ੍ਰਤਪਾਲਦਾ ਭਾਈ। ਜੀ ਛੋਟੇ ਜੀਵ ਤੋਂ ਲੈ ਕੇ ਜੰਤ ਵੱਡੇ ਤੱਕ ਜਿੰਨਾ ਵੀ ਪਸਾਰਾ, ਸਾਰਿਆਂ ਦੀ ਪ੍ਰਤਪਾਲਣਾ ਵੀ ਵਾਹਿਗੁਰੂ ਪਰਮੇਸ਼ਰ ਹੈ ਭਾਈ ਕਰਦਾ ਹੈ। ਨਿਤ ਨਿਤ ਕਰਦਾ ਸਾਰ, ਨਿਤ ਹਮੇਸ਼ਾ ਹਮੇਸ਼ਾ ਸਾਰਿਆਂ ਦੀ ਸਾਰ ਸੰਭਾਲ। ਸਵਾਸ ਸਵਾਸ, ਸਾਰ ਦਾ ਅਰਥ ਹੈ ਸਵਾਸ ਸਵਾਸ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਸਤਿਗੁਰ ਪੂਰਾ ਭੇਟੀਐ ਭਾਈ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਭੇਟੀਆਂ ਮਿਲ ਗਏ ਹਨ ਹੈ ਭਾਈ। ਸ਼ਬਦ ਮਿਲਾਵਣ ਹਾਰ, ਹਾਂ ਸਤਿਗੁਰੂ ਐਸੇ ਪਰਮੇਸ਼ਰ ਨੂੰ ਕਿਨ ਕਹੀਆ ਕਿਉਂ ਦੇਖੀਆ ਭਾਈ, ਕਰਤਾ ਏਕ ਅਕਤ। ਐਸੇ ਵਾਹਿਗੁਰੂ ਨੂੰ ਪੂਰੇ ਸਤਿਗੁਰੂ ਦਾ ਭੇਟੀਆਂ ਮਿਲਾਪ ਹੋਣ ਤੋਂ ਬਾਅਦ ਜਦੋਂ ਸਤਿਗੁਰੂ ਆਪਣੇ ਉਪਦੇਸ਼ ਦੀ ਬਖਸ਼ਿਸ਼ ਕਰਦੇ ਆ ਤਾਂ ਗੁਰ ਸ਼ਬਦ, ਨਾਮ ਦੀ ਦਾਤ ਜਦੋਂ ਦਿੰਦੇ ਆ, ਜਦੋਂ ਗੁਰਸਿੱਖ ਉਸ ਨਾਮ ਦੀ ਕਮਾਈ ਕਰਦਾ, ਜਿਵੇਂ ਗੰਨੇ ਦੇ ਰਸ ਵਿੱਚੋਂ ਗੁੜ ਪ੍ਰਾਪਤ ਹੋ ਜਾਂਦਾ, ਦੁੱਧ ਵਿੱਚੋਂ ਮੱਖਣ, ਉਹ ਸਤਿਗੁਰੂ ਫਿਰ ਵਾਹਿਗੁਰੂ ਨੂੰ ਮਿਲਾ ਦਿੰਦੇ ਹਨ। ਸੱਚੇ ਚਰਨ ਸਰੇਵੀਐ ਭਾਈ। ਸੱਚੇ ਵਾਹਿਗੁਰੂ ਦੇ ਚਰਨ ਕੀ ਭਗਤੀ ਸੇਵਾ ਕਰਨੀ, ਇਹੀ ਉਸ ਦੇ ਚਰਨਾਂ ਦੀ ਸੇਵਾ ਕਰਨੀ ਹੈ। ਭਰਮ ਭਉ ਹੋਵੈ ਨਾਸ। ਇਹ ਭਾਈ ਤੇਰਾ ਭਰਮ, ਅਗਿਆਨ ਵੀ, ਭਉ ਜੰਮਣ ਮਰਨ ਦਾ ਦੁੱਖ ਵੀ, ਇਹ ਸਾਰੇ ਨਾਸ ਹੋ ਜਾਣਗੇ। 5 ਪ੍ਰਕਾਰ ਦਾ ਜਿਹੜਾ ਭਰਮ ਹੈ, 7 ਪ੍ਰਕਾਰ ਦਾ ਜਿਹੜਾ ਭੈ ਵੀ ਤੇਰਾ ਨਾਸ ਹੋ ਜਾਵੇਗਾ, ਮਿਟ ਜਾਏਗਾ। ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਗੁਰਸਿੱਖ ਮਹਾਂਪੁਰਖਾਂ ਨੂੰ, ਜਿਹੜੇ ਸੰਤ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਉਹਨਾਂ ਦੀ ਸਭਾ ਸੰਗਤ ਦੇ ਵਿੱਚ ਮਿਲ ਕਰਕੇ ਆਪਣੇ ਮਨ ਨੂੰ ਸ਼ੁਭ ਗੁਣਾਂ ਦਾ ਇਹ ਸਾਰਾ ਮਸਾਲਾ ਲੈ ਕੇ ਇਸ ਮਨ ਰੂਪ ਬਰਤਨ ਨੂੰ ਮਾਂਜਣਾ ਕਰ।
ਹਰ ਕਾ ਨਾਮ ਨਿਵਾਸ। ਜਦੋਂ ਤੇਰਾ ਮਨ ਐਨ ਅੰਤःਕਰਨ ਸ਼ੁੱਧ ਹੋ ਗਿਆ, ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਆਵੈ ਕੈ ਰੰਗ। ਵਿਚਾਰ ਦੀ ਕੂਚੀ ਦੇ ਨਾਲ ਜਦੋਂ ਤੂੰ ਆਪਣੇ ਮਨ ਦਾ ਜਿਹੜਾ ਸਾਰੀ ਮੈਲ ਲਾ ਦਵੇਂਗਾ, ਫਿਰ ਤੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਜਾਏਗਾ। ਇਹ ਸੰਤਾਂ ਦੀ, ਗੁਰਸਿੱਖਾਂ ਦੀ ਸੰਗਤ ਮਿਲਣ ਦਾ ਫਲ ਹੈ। ਮਿਟੈ ਅੰਧੇਰਾ ਅਗਿਆਨਤਾ ਭਾਈ। ਅਗਿਆਨਤਾ ਦਾ ਹਨੇਰਾ ਹੈ ਭਾਈ, ਫਿਰ ਤੇਰਾ ਮਿਟ ਜਾਏਗਾ, ਨਾਸ ਹੋ ਜਾਏਗਾ। ਕਮਲ ਹੋਵੈ ਪ੍ਰਗਾਸ। ਹਿਰਦਾ ਕਮਲ ਐਨ ਖਿੜਾਏਗਾ, ਉਹਦੇ ਵਿੱਚ ਨਾਮ ਦਾ, ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਏਗਾ। ਗੁਰ ਬਚਨੀ ਸੁਖ ਊਪਜੈ ਭਾਈ। ਗੁਰੂ ਸਾਹਿਬ ਦੇ ਬਚਨ ਉਪਦੇਸ਼ ਨੂੰ ਕਮਾਉਣ ਕਰਕੇ ਸਾਰੇ ਸੁਖ, ਵਾਹਿਗੁਰੂ ਦੇ ਮਿਲਾਪ ਦਾ ਸੁਖ, ਪਰਮੇਸ਼ਰ ਦੀ ਏਕਤਾ ਦਾ ਸੁਖ, ਇਹ ਸਾਰੇ ਪੈਦਾ ਹੋ ਜਾਂਦੇ ਆ। ਇਹ ਭਾਈ ਸਭ ਫਲ ਸਤਿਗੁਰ ਪਾਸ। ਜਿਤਨੇ ਫਲ ਮਨ ਬਾਛੀਏ ਤਿਤਨੇ ਸਤਿਗੁਰ ਪਾਸ। ਇਹ ਸਾਰੇ ਫਲ, ਧਰਮ, ਅਰਥ, ਕਾਮ, ਮੋਖ, ਸਾਰੀਆਂ ਦਾਤਾਂ ਸਤਿਗੁਰੂ ਦੇ ਪਾਸ, ਸਤਿਗੁਰੂ ਦੇ ਖਜ਼ਾਨੇ ਵਿੱਚ ਹਨ। ਧੰਨ ਗੁਰੂ ਰਾਮਦਾਸ ਜੀ ਦਾ ਦਰ, ਜਿਹੜਾ ਵੀ ਇੱਥੇ ਆਉਂਦਾ, ਜੋ ਕੋਈ ਭਾਈ ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੈ, ਭੇਟਤ ਗੁਰ ਦਰਸਾਇਆ ਜੀਓ। ਸਾਰੇ ਫਲ ਇੱਥੋਂ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੇ ਐ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਮੇਰਾ ਤੇਰਾ ਛੋਡੀਐ ਭਾਈ। ਇਸ ਕਰਕੇ ਇਹ ਮੇਰਾ ਹੈ, ਇਹ ਤੇਰਾ ਹੈ। ਇਹ ਮੇਰਾ ਕਰਮ ਹੈ, ਮੈਂ ਕਰਨਾ। ਇਹ ਤੇਰਾ ਕਰਮ ਮੈਂ ਕਿਉਂ ਕਰਾਂ? ਇਹ ਜਿਹੜੀ ਮੇਰ ਤੇਰ ਦੋਨਾਂ ਨੂੰ ਹੀ ਵਿਵਰਜਿਤ, ਮੇਰ ਤੇਰ, ਇਹ ਜਿਹੜੀ ਮੇਰ ਤੇਰ ਹੈ ਨਾ, ਮੇਰਾ ਅਤੇ ਤੇਰਾ, ਇਹ ਸਾਰੀ ਨੂੰ ਛੱਡਣਾ ਕਰ ਹੈ ਭਾਈ। ਹੋਈਐ ਸਭ ਕੀ ਧੂਰ। ਇਸ ਕਰਕੇ ਸਾਰਿਆਂ ਦੀ ਚਰਨ ਧੂੜੀ ਬਣਨਾ ਕਰ। ਘਟ ਘਟ ਬ੍ਰਹਮ ਪਸਾਰਿਆ ਭਾਈ। ਸਾਰਿਆਂ ਘਟਾਂ ਦੇ ਵਿੱਚ, ਸਾਰੀਆਂ ਖਾਣੀਆਂ ਦੇ ਵਿੱਚ, ਸਾਰੀਆਂ ਥਾਵਾਂ ਵਿੱਚ ਵਾਹਿਗੁਰੂ ਹੀ, ਪਰਮੇਸ਼ਰ ਵਾਹਿਗੁਰੂ ਹੀ ਫੈਲਿਆ ਹੋਇਆ ਹੈ। ਵੇਖੈ ਸੁਣੈ ਹਜੂਰ। ਇਹ ਭਾਈ ਜਿਹੜਾ ਤੂੰ ਅੱਖਾਂ ਨਾਲ ਸਾਰਾ ਸੰਸਾਰ ਦੇਖ ਰਿਹਾ, ਇਹ ਅੱਖਾਂ ਦੇ ਵਿੱਚ ਵੀ ਵਾਹਿਗੁਰੂ ਹੀ ਤੱਕ ਰਿਹਾ, ਤੇ ਜਿਹੜਾ ਸੁਣ ਰਿਹਾ ਸਰਵਣ ਸ਼ਕਤੀ ਦੁਆਰਾ, ਇਹ ਵੀ ਵਾਹਿਗੁਰੂ ਹੀ ਸੁਣ ਰਿਹਾ। ਤੇਰੇ ਕਰਮਾਂ ਨੂੰ ਵੀ ਵਾਹਿਗੁਰੂ ਦੇਖਦਾ, ਜੋ ਤੂੰ ਬੋਲਦਾ ਵਾਹਿਗੁਰੂ ਸੁਣਦਾ ਹੈ। ਤੇ ਹਜੂਰ ਅੰਗ ਸੰਗ ਤੇਰੇ ਸਦਾ ਹੀ ਵਾਹਿਗੁਰੂ ਪਰਮੇਸ਼ਰ ਹੈ। ਜੇ ਤੂੰ ਅੰਗ ਸੰਗ ਸਮਝੇਗਾ ਨਾ, ਫਿਰ ਜੋ ਤੂੰ ਬੇਨਤੀ ਕਰੇਗਾ ਵਾਹਿਗੁਰੂ ਬਹੁਤ ਜਲਦੀ ਸੁਣੇਗਾ, ਤੇਰੀ ਉਹ ਪੂਰੀ ਹੋ ਜਾਏਗੀ। ਫਿਰ ਜਿਹੜਾ ਪਦਾਰਥ ਵੇਖ ਕੇ ਤੂੰ ਇੱਛਾ ਕੀਤੀ ਆ, ਉਹ ਵਾਹਿਗੁਰੂ ਤੈਨੂੰ ਬਖਸ਼ ਦੇਵੇਗਾ। ਐਸੀ ਵੀ ਕਿਰਪਾ ਕਰ ਦਿੰਦਾ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ। ਇਹ ਭਾਈ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਭੁੱਲੇ, ਉਹਦੀ ਯਾਦ ਵਿਸਰ ਜਾਏ, ਤਿਤ ਦਿਨ ਮਰੀਐ ਝੂਰ। ਉਦਣ ਤਾਂ ਝੁਰ ਝੁਰ ਕੇ ਮਰਨਾ, ਇੰਨਾ ਪਛਤਾਪ, ਆਖਾਂ ਜੀਵਾ ਵਿਸਰੈ ਮਰ ਜਾਓ। ਜਿਵੇਂ ਸੂਮ ਬੰਦਾ ਧਨ ਥੋੜਾ ਜਿਹਾ ਵੀ ਚਲਿਆ ਜਾਵੇ, ਝੁਰ ਝੁਰ ਮਰਦਾ ਹੈ, ਇਸ ਤਰ੍ਹਾਂ ਤੇਰੇ ਮਨ ਵਿੱਚ ਇੰਨਾ ਪਛਤਾਪ ਹੋਣਾ ਚਾਹੀਦਾ ਵਾਹਿਗੁਰੂ ਦੀ ਯਾਦ ਭੁੱਲੇ ਤੋਂ। ਕਰਨ ਕਰਾਵਨ ਸਮਰੱਥੋ ਭਾਈ। ਸਾਰੇ ਕਾਰਜਾਂ ਨੂੰ ਕਰਨ ਦੇ ਸਮਰੱਥ ਸਰਬ ਸ਼ਕਤੀਮਾਨ ਹੈ ਇਹ ਭਾਈ ਵਾਹਿਗੁਰੂ। ਸਰਬ ਕਲਾ ਭਰਪੂਰ। ਸਾਰੀਆਂ ਸ਼ਕਤੀਆਂ ਕਰਕੇ ਐਨ ਪਰਿਪੂਰਨ ਹੈ, ਉਹਦੇ ਖਜ਼ਾਨੇ ਭਰੇ ਹੋਏ ਆ। ਪ੍ਰੇਮ ਪਦਾਰਥ ਨਾਮ ਹੈ ਭਾਈ। ਇਹ ਭਾਈ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਗਈ, ਉਹਨਾਂ ਨੂੰ ਨਾਮ ਦੇ ਵਿੱਚੋਂ ਪ੍ਰੇਮ ਪਦਾਰਥ ਮਿਲਦਾ। ਜੇ ਆਪਾਂ ਕਹੀਏ ਪਹਿਲਾਂ ਪ੍ਰੇਮ ਆਵੇ ਫੇਰ ਨਾਮ ਜਪਾਂਗੇ, ਨਹੀਂ, ਨਾਮ ਜਪਾਂਗੇ ਫੇਰ ਹੀ ਪ੍ਰੇਮ ਪੈਦਾ ਹੋਣਾ ਹੈ। ਜਦੋਂ ਪ੍ਰੇਮ ਪੈਦਾ ਹੋ ਗਿਆ, ਫਿਰ ਪਦਾਰਥ ਰੂਪ ਵਾਹਿਗੁਰੂ ਪਰਮੇਸ਼ਰ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਬਈ ਨਾਮ ਦੇ ਕਰਕੇ ਇਹ ਪ੍ਰੇਮ ਪਦਾਰਥ ਭਾਈ ਪ੍ਰਾਪਤ ਹੁੰਦਾ ਹੈ। ਮਾਇਆ ਮੋਹ ਬਿਨਾਸ਼। ਜਿਨ੍ਹਾਂ ਨੂੰ ਪ੍ਰੇਮ ਪਦਾਰਥ ਮਿਲ ਗਿਆ ਨਾਮ ਵਿੱਚੋਂ, ਉਹਨਾਂ ਦਾ ਮਾਇਆ ਦਾ ਮੋਹ ਵੀ ਨਾਸ਼ ਹੋ ਜਾਂਦਾ, ਮਿਟ ਜਾਂਦਾ ਹੈ।
ਤਿਸ ਭਾਵੈ ਤਾਂ ਮੇਲ ਲੈ ਭਾਈ। ਇਹ ਭਾਈ ਜਿਹੜੇ ਐਸੇ ਵਾਹਿਗੁਰੂ ਨੂੰ ਭਾ ਗਏ, ਪ੍ਰਵਾਨ ਹੋ ਗਏ, ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ, ਇਕਮਿਕ ਕਰ ਲਿਆ ਹੈ। ਹਿਰਦੈ ਨਾਮ ਨਿਵਾਸ, ਉਹਨਾਂ ਦੇ ਹਿਰਦੇ ਅੰਤःਕਰਣ ਦੇ ਵਿੱਚ ਨਾਮ ਵਸ ਗਿਆ ਹਮੇਸ਼ਾ ਵਾਸਤੇ, ਔਰ ਉਹ ਸੰਤ ਦੀ ਪਦਵੀ ਨੂੰ ਪ੍ਰਾਪਤ ਹੋ ਗਏ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨਮੰਤ ਧਨ ਸੇ ਸਈ, ਨਾਨਕਾ ਪੂਰਨ ਸੋਈ ਸੰਤ। ਗੁਰਮੁਖ ਕਮਲ ਪਰਗਾਸੀਐ ਭਾਈ। ਗੁਰਮੁਖਾਂ ਦਾ ਹਿਰਦਾ ਰੂਪ ਕਮਲ ਐਨ ਖਿੜ ਜਾਂਦਾ ਹੈ, ਹੇ ਭਾਈ। ਹਿਰਦੈ ਹੋਵੈ ਪ੍ਰਗਾਸ, ਫਿਰ ਹਿਰਦੇ ਦੇ ਵਿੱਚੋਂ ਗਿਆਨ ਦਾ ਹਨੇਰਾ ਮਿਟ ਜਾਂਦਾ, ਨਾਮ ਦਾ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਹੋ ਆਉਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ। ਇਹ ਭਾਈ ਮੇਰੇ ਵਾਹਿਗੁਰੂ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਪ੍ਰਤੱਖ ਹੀ ਫੈਲਿਆ ਹੋਇਆ ਹੈ। ਜਰੇ ਜਰੇ ਵਿੱਚ ਮੌਲਿਆ ਧਰਤ ਆਕਾਸ਼, ਧਰਤੀ ਤੇ ਆਕਾਸ਼ ਇਹ ਸਾਰੇ ਉਹਦੀ ਕਿਰਪਾ ਦੇ ਨਾਲ, ਉਹਦੇ ਪ੍ਰਤਾਪ ਦੇ ਨਾਲ ਹੀ ਪ੍ਰਫੁੱਲਤ ਹੋ ਰਹੇ ਹਨ। ਗੁਰ ਪੂਰੈ ਸੰਤੋਖਿਆ ਭਾਈ। ਇਹ ਭਾਈ ਪੂਰੇ ਸਤਿਗੁਰਾਂ ਕੋਲੋਂ ਜਿਨ੍ਹਾਂ ਨੂੰ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਉਹਨਾਂ ਦੇ ਹਿਰਦੇ ਵਿੱਚ ਹੀ ਸੰਤੁਸ਼ਟਤਾ ਆ ਗਈ ਹੈ, ਐਨ ਸੰਤੋਖ ਤ੍ਰਿਪਤੀ ਆ ਗਈ ਹੈ, ਰੱਜ ਆ ਗਿਆ ਹੈ। ਕੋਈ ਵੀ ਇੱਛਾ ਭਟਕਣਾ, ਉਹਨਾਂ ਦੀ ਤ੍ਰਿਸ਼ਨਾ ਲਾਲਸਾ ਨਹੀਂ ਰਹਿ ਜਾਂਦੀ।